ਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਤੇ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਹੈ। ਪਰ ਉੱਥੇ ਹੀ ਸਾਡੇ ਦੇਸ਼ ਦੇ ਵਿੱਚ ਇੱਕ ਅਜਿਹੀ ਕਮਿਊਨਿਟੀ ਹੈ ਜਿਸ ਨੂੰ LGBTQ ਦਾ ਨਾਂ ਦਿੱਤਾ ਜਾਂਦਾ ਹੈ। ਉੱਥੇ ਹੀ ਇਹ ਕਮਿਊਨਿਟੀ ਖੂਨਦਾਨ ਨਹੀਂ ਕਰ ਸਕਦੀ ਹੈ। ਪਰ ਅਜਿਹਾ ਕਿਉਂ ਹੈ? ਕਿਉਂ ਇਹ ਕਮਿਊਨਿਟੀ ਖੂਨਦਾਨ ਨਹੀਂ ਕਰ ਸਕਦੀ ਹੈ? ਇੱਕ ਸਾਲ ਦੇ ਵਿੱਚ ਉਹ ਬੰਦਾ ਨਹੀਂ ਬਲੱਡ ਡੋਨੇਟ ਕਰ ਸਕਦਾ ਜਿਸ ਨੂੰ ਕੁੱਤੇ ਨੇ ਵੱਢਿਆ ਹੋਵੇ ਜੀ, ਕਿਉਂਕਿ ਉਹਦੇ ਰੈਬਿਸ ਦਾ ਇੰਜੈਕਸ਼ਨ ਲੱਗਦਾ। ਸੋ ਇਹ ਰੈਬਿਸ ਦੇ ਇੰਜੈਕਸ਼ਨ ਦੇ ਕਰਕੇ ਉਸ ਨੂੰ 1 ਸਾਲ ਤੱਕ ਜਿਹੜਾ ਆ ਉਹ ਬਲੱਡ ਡੋਨੇਟ ਨਹੀਂ ਕਰ ਸਕਦਾ। ਸੋ LGBT ਕਮਿਊਨਿਟੀ ਦੇ ਉੱਤੇ ਵੀ ਰੋਕ ਹੈ। ਇਸ ਤੋਂ ਇਲਾਵਾ ਜਿਹੜੇ ਸੈਕਸ ਵਰਕਰਸ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਰੋਕ ਹੈ, ਟਰਾਂਸਜੈਂਡਰਸ ਦੇ ਉੱਤੇ ਵੀ ਰੋਕ ਹੈ, ਲੈਸਬੀਅਨ, ਗੇ ਤੇ ਬਾਇਓਸੈਕਸ਼ੂਅਲ ਦੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਦੇ ਉੱਤੇ ਵੀ ਰੋਕ ਲੱਗੀ ਹੋਈ ਹੈ। ਉਹ ਵੀ ਜਿਹੜਾ ਬਲੱਡ ਡੋਨੇਟ ਨਹੀਂ ਕਰ ਸਕਦੇ। ਵਿੱਚ ਜਾਚਕਾ ਦਾਇਰ ਕਰਵਾਈ ਗਈ ਹੈ, ਕਿਸੇ ਨੇ ਪਟੀਸ਼ਨ ਪਾਈ ਹੋਵੇ ਇਸ ਪੂਰੇ ਮਾਮਲੇ ਨੂੰ ਲੈ ਕੇ। ਗਰਿਮਾ, ਜੇਕਰ LGBT ਕਮਿਊਨਿਟੀ ਦੀ ਹੀ ਗੱਲ ਕਰੀਏ ਤਾਂ LGBT ਕਮਿਊਨਿਟੀ ਜਦੋਂ ਭਾਰਤ ਦੇ ਵਿੱਚ 377 ਲੱਗਿਆ, ਠੀਕ ਹੈ, 377 ਸੀ ਕਿ ਜੇ ਕੋਈ ਸੇਮ ਸੈਕਸ ਦਾ ਬੰਦਾ ਸੈਕਸ ਪ੍ਰੈਕਟਿਸ ਕਰਦਾ ਫੜਿਆ ਜਾਂਦਾ ਆ, ਠੀਕ ਹੈ, ਤਾਂ ਉਹਨੂੰ ਉਮਰ ਕੈਦ ਦੀ ਵੀ ਸਜ਼ਾ ਹੋ ਜਾਂਦੀ ਸੀ। ਥੰਗਜ਼ਨ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜਿਹੜੇ ਕਿ ਖੁਦ LGBT ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਸਿਰਫ ਸਾਡੀ ਕਮਿਊਨਿਟੀ ਦੇ ਉੱਤੇ ਹੀ ਕਿਉਂ ਰੋਕ ਲਗਾਈ ਗਈ ਹੈ। ਸੋ ਇਹਦੇ ਵਿੱਚ ਇਦਾਂ ਕਿਉਂ ਹੈ, ਭਾਰਤ ਦੇ ਵਿੱਚ ਇਸ ਤਰੀਕੇ ਦੀ ਰੋਕ ਕਿਉਂ ਆ। ਸੋ ਇਹ ਕੇਸ ਜਿਹੜਾ ਆ ਹਜੇ ਤੱਕ ਚੱਲ ਰਿਹਾ ਆ। ਭਾਰਤ ਸਰਕਾਰ ਨੇ ਵੀ ਇਸ ਦੇ ਉੱਤੇ ਜਿਹੜਾ ਆ ਆਪਣਾ ਜਵਾਬ ਦਿੱਤਾ ਹੈ ਸੁਪਰੀਮ ਕੋਰਟ ਦੇ ਵਿੱਚ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਜ਼ਰ ਹੈ ਅਸੀਂ ਇੱਕ ਅਜਿਹੇ ਮੁੱਦੇ ਨੂੰ ਲੈ ਕੇ ਜਿਸ ਤੇ ਅਸੀਂ ਚਰਚਾ ਕਰਾਂਗੇ। ਇਹ ਮੁੱਦਾ ਬਹੁਤ ਹੀ ਜ਼ਿਆਦਾ ਗੰਭੀਰ ਵੀ ਹੈ। ਇਹ ਮੁੱਦਾ ਇਹ ਹੈ ਜਿੱਥੇ ਭਾਰਤ ਦੇ ਵਿੱਚ ਖੂਨਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਤੇ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਹੈ। ਪਰ ਉੱਥੇ ਹੀ ਸਾਡੇ ਦੇਸ਼ ਦੇ ਵਿੱਚ ਇੱਕ ਅਜਿਹੀ ਕਮਿਊਨਿਟੀ ਹੈ ਜਿਸ ਨੂੰ LGBTQ ਦਾ ਨਾਂ ਦਿੱਤਾ ਜਾਂਦਾ ਹੈ। ਉੱਥੇ ਹੀ ਇਹ ਕਮਿਊਨਿਟੀ ਖੂਨਦਾਨ ਨਹੀਂ ਕਰ ਸਕਦੀ ਹੈ। ਪਰ ਅਜਿਹਾ ਕਿਉਂ ਹੈ? ਕਿਉਂ ਇਹ ਕਮਿਊਨਿਟੀ ਖੂਨਦਾਨ ਨਹੀਂ ਕਰ ਸਕਦੀ ਹੈ? ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਮੌਜੂਦ ਹੈ ਵਿਵੇਕ ਕੁਮਾਰ ਜੀ। ਸਤਿ ਸ਼੍ਰੀ ਅਕਾਲ ਵਿਵੇਕ ਜੀ। ਸਤਿ ਸ਼੍ਰੀ ਅਕਾਲ ਗਰਿਮਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਰਿਮਾ। ਜੀ ਵਿਵੇਕ ਜੀ, LGBTQ ਇੱਕ ਡਿਫਰੈਂਟ ਕਮਿਊਨਿਟੀ ਮੰਨੀ ਜਾਂਦੀ ਹੈ ਤੇ ਉੱਥੇ ਹੀ ਜਿਵੇਂ ਕਿ ਮੈਂ ਓਪਨਿੰਗ ਦੇ ਵਿੱਚ ਹੀ ਕਿਹਾ ਹੈ ਕਿ ਜੋ ਖੂਨਦਾਨ ਹੈ ਉਸਨੂੰ ਮਹਾਦਾਨ ਕਿਹਾ ਜਾਂਦਾ ਹੈ ਤੇ ਪਰ ਇਹੀ ਕਮਿਊਨਿਟੀ ਕਿਉਂ ਨਹੀਂ ਖੂਨਦਾਨ ਕਰ ਸਕਦੀ? ਕੀ ਇਸ ਦੇ ਰੀਜ਼ਨ ਹੈ ਕਿ ਇਹ ਮਿਥ ਹੈ ਜਾਂ ਫਿਰ ਕੁਝ ਇਹਦਾ ਕਾਨੂੰਨ ਹੈ ਕਿ ਇਹ ਕਮਿਊਨਿਟੀ ਖੂਨਦਾਨ ਨਹੀਂ ਕਰ ਸਕਦੀ? ਬੇਸਿਕਲੀ ਗਰਿਮਾ, ਨਾ ਤਾਂ ਇਹ ਕੋਈ ਕਾਨੂੰਨ ਹੈ ਨਾ ਇਹ ਕੋਈ ਮਿਥ ਹੈ, ਠੀਕ ਹੈ ਜੀ। ਇਹ ਸਿਰਫ LGBTQ+ ਕਮਿਊਨਿਟੀਜ਼ ਨਹੀਂ ਹੈ, ਇਸ ਦੇ ਵਿੱਚ ਹੋਰ ਵੀ ਕਈ ਸਾਰੇ ਲੋਕ ਨੇ ਜਿਹੜੇ ਬਲੱਡ ਡੋਨੇਟ ਨਹੀਂ ਕਰ ਸਕਦੇ। LGBT ਕਮਿਊਨਿਟੀ ਦੇ ਉੱਤੇ ਵੀ ਮੈਂ ਦੱਸੂਗਾ ਕਿ ਕਿਉਂ ਨਹੀਂ ਕਰ ਸਕਦੇ। ਪਰ ਇਸ ਤੋਂ ਇਲਾਵਾ LGBTQ+ ਕਮਿਊਨਿਟੀਜ਼ ਤੋਂ ਇਲਾਵਾ ਜਿਹੜੇ ਹੋਰ ਕਈ ਕਮਿਊਨਿਟੀਜ਼ ਨੇ ਉਹਦੇ ਵਿੱਚ ਨੇ ਬਿਮਾਰ ਲੋਕ, ਜਿਹਨੂੰ ਕੋਈ ਬਿਮਾਰੀ ਹੈ, ਠੀਕ ਹੈ, ਬ੍ਰਿਧ ਲੋਕ ਹੋ ਗਏ ਜਿਨ੍ਹਾਂ ਦੀ ਏਜ ਜਿਹੜੀ ਹੈ ਉਹ 50 ਤੋਂ ਉੱਤੇ ਹੋ ਗਈ, 45 ਤੋਂ ਉੱਤੇ ਹੋ ਗਈ, ਉਹ ਸਫਰ ਕਰ ਰਹੇ ਕਿਸੇ ਬਿਮਾਰੀ ਦੇ ਨਾਲ। ਸੋ ਉਹ ਲੋਕ ਵੀ ਜਿਹੜਾ ਬਲੱਡ ਨਹੀਂ ਦੇ ਸਕਦੇ। ਸੋ ਇਸ ਤੋਂ ਇਲਾਵਾ ਪ੍ਰੈਗਨੈਂਟ ਲੇਡੀ ਨਹੀਂ ਬਲੱਡ ਦੇ ਸਕਦੀ, ਠੀਕ ਹੈ ਜੀ। 6 ਮਹੀਨੇ ਪਹਿਲਾਂ ਜੇਕਰ ਕਿਸੇ ਨੇ ਟੈਟੂ ਪਵਾਇਆ ਹੋਇਆ, ਠੀਕ ਹੈ, ਟੈਟੂ ਬਣਨ ਤੋਂ 6 ਮਹੀਨੇ ਬਾਅਦ ਤੱਕ ਉਹ ਬਲੱਡ ਨਹੀਂ ਡੋਨੇਟ ਕਰ ਸਕਦਾ। ਹੁਣ ਇਹਦਾ ਰੀਜ਼ਨ ਵੀ ਮੈਂ ਦੱਸ ਦਿੰਦਾ, ਕਿਉਂਕਿ ਜਿਹੜੀ ਬਲੱਡ ਦੀ ਜਿਹੜਾ ਸੂਈ ਹੁੰਦੀ ਹੈ ਟੈਟੂ ਬਣਾਉਣ ਵਾਲੀ, ਉਹ ਬਾਰ-ਬਾਰ ਇੱਕੋ ਹੀ ਸੂਈ ਦਾ ਇਸਤੇਮਾਲ ਕੀਤਾ ਜਾਂਦਾ। ਉਹ ਬਾਰ-ਬਾਰ ਸਕਿਨ ਦੇ ਅੰਦਰ ਜਾਂਦੀ ਹੈ, ਬਲੱਡ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤੇ ਇਸ ਕਰਕੇ ਜਿਹੜਾ ਹੈ ਉਹਦੇ ਵਿੱਚ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਸੋ 6 ਮਹੀਨੇ ਤੱਕ ਉਹ ਬੰਦਾ ਵੀ ਜਿਹਨੇ ਟੈਟੂ ਪਵਾਇਆ ਉਹ ਵੀ ਬਲੱਡ ਨਹੀਂ ਡੋਨੇਟ ਕਰ ਸਕਦਾ। ਇਸ ਤੋਂ ਬਾਅਦ ਜ਼ਿਆਦਾ ਜਿਹੜਾ ਇੱਕ ਸਾਲ ਦੇ ਵਿੱਚ ਉਹ ਬੰਦਾ ਨਹੀਂ ਬਲੱਡ ਡੋਨੇਟ ਕਰ ਸਕਦਾ ਜਿਸ ਨੂੰ ਕੁੱਤੇ ਨੇ ਵੱਢਿਆ ਹੋਵੇ, ਕਿਉਂਕਿ ਉਹਦੇ ਰੈਬਿਸ ਦਾ ਇੰਜੈਕਸ਼ਨ ਲੱਗਦਾ। ਸੋ ਇਹ ਰੈਬਿਸ ਦੇ ਇੰਜੈਕਸ਼ਨ ਦੇ ਕਰਕੇ ਉਸ ਨੂੰ 1 ਸਾਲ ਤੱਕ ਜਿਹੜਾ ਆ ਉਹ ਬਲੱਡ ਡੋਨੇਟ ਨਹੀਂ ਕਰ ਸਕਦਾ। ਸੋ LGBT ਕਮਿਊਨਿਟੀ ਦੇ ਉੱਤੇ ਵੀ ਰੋਕ ਹੈ। ਇਸ ਤੋਂ ਇਲਾਵਾ ਜਿਹੜੇ ਸੈਕਸ ਵਰਕਰਸ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਰੋਕ ਹੈ, ਟਰਾਂਸਜੈਂਡਰਸ ਦੇ ਉੱਤੇ ਵੀ ਰੋਕ ਹੈ, ਲੈਸਬੀਅਨ, ਗੇ ਤੇ ਬਾਇਓਸੈਕਸ਼ੂਅਲ ਦੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਦੇ ਉੱਤੇ ਵੀ ਰੋਕ ਲੱਗੀ ਹੋਈ ਹੈ। ਉਹ ਵੀ ਜਿਹੜਾ ਬਲੱਡ ਡੋਨੇਟ ਨਹੀਂ ਕਰ ਸਕਦੇ। ਪਰ ਸਰ ਇਹੀ ਕਿਉਂ ਕਾਰਨ ਹੈ ਕਿ LGBT ਦਾ ਮੁੱਦਾ ਹੀ ਕਿਉਂ ਚੁੱਕਿਆ ਜਾਂਦਾ ਕਿ ਸਪੈਸ਼ਲੀ ਇਹਨਾਂ ਨੂੰ ਹੀ ਕਿਉਂ ਨਹੀਂ ਕਰਨ ਦਿੱਤਾ ਜਾਂਦਾ? ਦੇਖੋ, ਭਾਰਤ ਦੇ ਵਿੱਚ ਜਿਹੜਾ LGBT ਕਮਿਊਨਿਟੀ ਹੈ, ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਹਮੇਸ਼ਾ ਸੋਸਾਇਟੀ ਦੇ ਵੱਲੋਂ ਦੱਬਿਆ ਜਾਂਦਾ ਹੈ, ਠੀਕ ਹੈ ਜੀ। ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ
ਕੱਲ ਦੀ ਹੀ ਗੱਲ ਲੈ ਲਓ ਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਭਾਰਤ ਸਰਕਾਰ ਨੇ ਇੱਕ ਬਿਆਨ ਦਰਜ ਕਰਾਇਆ ਕਿ ਜਿਹੜੇ ਸੇਮ ਸੈਕਸ ਮੈਰਿਜ ਦੀ ਗੱਲ ਹੈ ਕਿ ਉਹਦੇ ਨਾਲ ਸੁਸਾਇਟੀ ਨੂੰ ਕੋਈ ਇਫੈਕਟ ਪਏਗਾ, ਸੁਸਾਇਟੀ ਐਕਸੈਪਟ ਨਹੀਂ ਕਰ ਰਹੀ। ਤਾਂ ਸੁਸਾਇਟੀ ਐਕਸੈਪਟ ਨਹੀਂ ਕਰ ਰਹੀ, ਸੁਸਾਇਟੀ ਦੀ ਪ੍ਰੋਬਲਮ ਹੈ, ਠੀਕ ਹੈ। ਪਰ ਦੋ ਬੰਦੇ ਜਿਹੜਾ ਪਿਆਰ ਕਰਦੇ ਨੇ, ਵਿਆਹ ਕਰਾਉਣਾ ਚਾਹੁੰਦੇ ਨੇ, ਉਹਨਾਂ ਨੂੰ ਰੋਕਣਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਸੋ ਐਜ਼ ਅ ਗਵਰਨਮੈਂਟ ਜਦੋਂ ਤੁਸੀਂ ਆਪਣੇ ਆਡੀਅנס ਦੇ ਲਈ, ਆਪਣੀ ਜਨਤਾ ਦੇ ਲਈ ਕੋਈ ਫੈਸਲਾ ਲੈਂਦੇ ਹੋ, ਸੋ ਜਨਤਾ ਦੇ ਹੱਕ ਦੇ ਵਿੱਚ ਲੈਣਾ ਚਾਹੀਦਾ ਹੈ, ਮੈਂ ਮੰਨਦਾ ਹਾਂ। ਪਰ ਇਹ ਵੀ ਨਹੀਂ ਹੈਗਾ ਕਿ 90% ਭਾਰਤ ਦੀ ਜਨਤਾ ਸਿਰਫ LGBT ਕਮਿਊਨਿਟੀ ਦੇ ਅਗੇਂਸਟ ਹੈ, ਨਹੀਂ ਹੈਗੀ, ਫੇਵਰ ਵੀ ਬਹੁਤ ਸਾਰੇ ਕਰ ਰਹੇ ਨੇ। ਪਰ ਅੱਜ ਕੱਲ ਤਾਂ ਲੋਕ ਜ਼ਿਆਦਾ ਅਵੇਅਰ ਵੀ ਹੋਣ ਲੱਗ ਪਏ ਤੇ ਇਸ ਚੀਜ਼ ਨੂੰ ਲੋਕ ਮੰਨਣ ਵੀ ਲੱਗ ਪਏ ਕਿ ਇਹ ਮਤਲਬ ਕਿ ਹਰ ਕਿਸੇ ਨੂੰ ਪਿਆਰ ਕਰਨ ਦਾ ਹੱਕ ਹੈ ਤੇ ਹਰ ਕੋਈ ਆਪਣਾ ਹੈ ਨਾ ਡਿਸੀਜਨ ਲੈ ਸਕਦਾ ਹੈ ਕਿ ਜਿਸ ਬੰਦੇ ਨੂੰ ਪਸੰਦ ਕਰਦੇ ਉਹਦੇ ਨਾਲ ਜਾ ਸਕਦਾ ਹੈ। ਜੀ ਗਰਿਮਾ, ਪਰ ਜਿਹੜਾ ਇਸ ਦੇ ਉੱਤੇ ਮੈਂ ਰੋਕ ਦੀ ਗੱਲ ਕਰ ਰਿਹਾ LGBT ਕਮਿਊਨਿਟੀ ਦੇ ਉੱਤੇ, ਇਹ ਅੱਜ ਦੀ ਨਹੀਂ ਲੱਗੀ ਹੋਈ, ਇਹ 1980 ਦੀ ਲੱਗੀ ਹੋਈ ਹੈ, ਠੀਕ ਹੈ। ਉਸ ਵੇਲੇ ਜਿਹੜਾ ਇੱਕ ਮਿੱਥ ਹੀ ਕਹੂੰਗਾ ਮੈਂ ਇਹਨੂੰ, ਉਸ ਵੇਲੇ ਲੋਕ ਇਹ ਸੋਚਦੇ ਸੀਗੇ ਕਿ ਇਹ ਲੋਕ ਇੱਕ ਬੰਦੇ ਤੋਂ ਜ਼ਿਆਦਾ ਲੋਕਾਂ ਦੇ ਨਾਲ शारीरिक संबंध बनाते हैं जी, ठीक है। सो जिस करके इन्हां दे विच इन्फेक्शन फैलण दा खतरा जिहड़ा आ वो ज़्यादा रहिंदा है। सो इस करके इन्हां दे जिहड़ा पाबंदी लगाती गई सी। सो उस तो बाद इहदे विच जेकर मैं होर गल करां ते साइंटिफिक एविडेंस दे उत्ते जिहड़ा है इस दे उत्ते रोक लगाई गई है। इहदे विच किसी सोसाइटी दा लेना देना नहीं हैगा, इहदे विच किसी कानून दा लेना देना नहीं हैगा, कोई साइंटिफिक एविडेंस दे मद्देनज़र रखते हुए इस दे उत्ते जिहड़ा है रोक लगाई गई है। ये लगाई गई है 2017 दे विच ऑफिशियली, इस तो पहला भी नहीं लिया जाता सी ब्लड, पर 2017 ਦੇ ਵਿੱਚ ਕੁਝ ਅਜਿਹੇ ਪ੍ਰੋਵੀਜ਼ਨ ਲਿਆਂਦੇ ਗਏ, ਅਜਿਹੀਆਂ ਚੀਜ਼ਾਂ ਲਿਆਂਦੀਆਂ ਗਈਆਂ ਕਿ ਉਸ ਦੇ ਵਿੱਚ ਇਹਦੇ ਤੇ ਪਾਬੰਦੀ ਲਗਾਤੀ ਗਈ। ਸੋ 2017 11 ਅਕਤੂਬਰ ਨੂੰ ਇੱਕ ਕਲੌਜ਼ ਬਣਦਾ ਹੈ ਜਿਸ ਦਾ ਨਾਮ ਹੈ 12 ਤੇ 51 ਜੀ, ਆਰਟੀਕਲ ਕਲੌਜ਼ 12 ਤੇ ਕਲੌਜ਼ 51 ਜਿਹਦੀਆਂ ਗਾਈਡਲਾਈਨਸ ਫॉर ਬਲੱਡ ਡੋਨਰ ਐਂਡ ਬਲੱਡ ਡੋਨਰ ਰੈਫਰਲ 2017 ਇਹ ਬਣਾਇਆ ਗਿਆ, ਜਿਹੜਾ ਇਸ਼ੂ ਕੀਤਾ ਗਿਆ ਨੈਸ਼ਨਲ ਬਲੱਡ ਟਰਾਂਸਫੋਰਮੇਸ਼ਨ ਕੌਂਸਲ ਐਂਡ ਨੈਸ਼ਨਲ ਏਡਸ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਅਕਤੂਬਰ 11 2017 ਨੂੰ, ਜਿਸ ਦੇ ਵਿੱਚ ਇਹਨਾਂ ਕਮਿਊਨਿਟੀਜ਼ ਨੂੰ ਜਿਹੜਾ ਐਟ ਰਿਸਕ ਦੇ ਵਿੱਚ ਰੱਖਿਆ ਗਿਆ ਹੈ ਕਿ ਇਹ ਕਮਿਊਨਿਟੀਜ਼ ਜਿਹੜੀਆਂ ਐਟ ਰਿਸਕ ਦੇ ਵਿੱਚ ਹੈ, ਇਹਦੇ ਵਿੱਚ ਜਿਹੜਾ ਆ HIV ਫੈਲਣ ਦਾ ਖਤਰਾ ਜ਼ਿਆਦਾ ਰਹਿੰਦਾ ਆ, ਹੈਪੇਟਾਈਟਿਸ B ਫੈਲਣ ਦਾ ਖਤਰਾ ਜ਼ਿਆਦਾ ਰਹਿੰਦਾ ਤੇ ਇਨਫੈਕਸ਼ਨ ਫੈਲਣ ਦਾ ਖਤਰਾ ਜਿਹੜਾ ਆ ਉਹ ਜ਼ਿਆਦਾ ਰਹਿੰਦਾ ਆ। ਸੋ ਇਸ ਕਰਕੇ ਕਮਿਊਨਿਟੀਜ਼ ਨੂੰ ਜਿਹੜਾ ਆ ਐਟ ਰਿਸਕ ਦੇ ਵਿੱਚ ਰੱਖਦੇ ਹੋਏ 2017 ਦੇ ਵਿੱਚ ਇਸ ਦੇ ਉੱਤੇ ਪਾਬੰਦੀ ਲਾਤੀ ਗਈ ਸੀਗੀ ਕਿ ਇਹ ਕਮਿਊਨਿਟੀਜ਼ ਜਿਹੜੀਆਂ ਨੇ ਇਹ ਬਲੱਡ ਨਹੀਂ ਦੇ ਸਕਦੀਆਂ। ਸੋ ਇਸ ਤੋਂ ਇਲਾਵਾ ਜਿਹੜੀ ਮੈਂ ਹੋਰ ਗੱਲਾਂ ਦੱਸੀਆਂ ਕਿ ਪ੍ਰੈਗਨੈਂਟ ਲੇਡੀ ਨਹੀਂ ਦੇ ਸਕਦੀ, ਕੋਈ ਡਰੱਗ ਐਡਿਕਟਡ ਨਹੀਂ ਦੇ ਸਕਦਾ, ਜਿਹਨੂੰ 1 ਸਾਲ ਪਹਿਲਾਂ ਕੁੱਤੇ ਨੇ ਵੱਢਿਆ ਹੋਵੇ ਉਹ ਬੰਦਾ ਵੀ ਬਲੱਡ ਡੋਨੇਟ ਨਹੀਂ ਕਰ ਸਕਦਾ ਕਿਉਂਕਿ ਰੈਬਿਸ ਦਾ ਇੰਜੈਕਸ਼ਨ ਲਗਾਇਆ ਹੋਇਆ ਆ। ਵਿਵੇਕ ਜੀ, ਮੇਰਾ ਇੱਕ ਕੁਐਸਚਨ ਹੈ, ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਕੋਰਟ ਦੇ ਵਿੱਚ ਮਤਲਬ ਕਿ ਕਾਫੀ ਜ਼ਿਆਦਾ ਪ੍ਰੋਵੀਜ਼ਨਸ ਵਗੈਰਾ ਬਣੀਆਂ ਹੋਈ ਹੈ, ਕੀ ਕਿਸੇ ਵਿਅਕਤੀ ਦੇ ਵੱਲੋਂ ਕੋਰਟ ਦੇ ਵਿੱਚ ਜਾਚਕਾ ਦਾਇਰ ਕਰਵਾਈ ਗਈ ਹੈ, ਕਿਸੇ ਨੇ ਪਟੀਸ਼ਨ ਪਾਈ ਹੋਵੇ ਇਸ ਪੂਰੇ ਮਾਮਲੇ ਨੂੰ ਲੈ ਕੇ? ਗਰਿਮਾ, ਜੇਕਰ LGBT ਕਮਿਊਨਿਟੀ ਦੀ ਹੀ ਗੱਲ ਕਰੀਏ ਤਾਂ LGBT ਕਮਿਊਨਿਟੀ ਜਦੋਂ ਭਾਰਤ ਦੇ ਵਿੱਚ 377 ਲੱਗਿਆ ਸੀ, ਠੀਕ ਹੈ, 377 ਸੀ ਕਿ ਜੇ ਕੋਈ ਸੇਮ ਸੈਕਸ ਦਾ ਬੰਦਾ ਸੈਕਸ ਪ੍ਰੈਕਟਿਸ ਕਰਦਾ ਫੜਿਆ ਜਾਂਦਾ ਆ, ਠੀਕ ਹੈ, ਤਾਂ ਉਹਨੂੰ ਉਮਰ ਕੈਦ ਦੀ ਵੀ ਸਜ਼ਾ ਹੋ ਜਾਂਦੀ ਸੀ, 7 ਤੋਂ 10 ਸਾਲ ਦਾ ਇੱਕ ਪ੍ਰੋਵੀਜ਼ਨ ਹੁੰਦਾ ਸੀਗਾ। ਸੋ ਉਹਦੇ ਵਿੱਚ ਦੇਖਿਆ ਗਿਆ ਸੀ ਮੋਸਟਲੀ ਕਿ ਲੈਸਬੀਅਨ ਜਿਹੜੀਆਂ ਨੇ ਉਹ ਬਚ ਜਾਂਦੀਆਂ ਨੇ ਕੁੜੀਆਂ ਤੇ ਗੇ ਫੜੇ ਜਾਂਦੇ ਸੀਗੇ, ਠੀਕ ਹੈ। ਸੋ ਜਿਸ ਨੂੰ ਲੈ ਕੇ 377 ਹਟਾਤੀ ਗਈ ਸੀ। ਪਹਿਲਾਂ ਵੀ ਉਸ ਐਕਟ ਨੂੰ ਹਟਾਉਣ ਦੇ ਲਈ ਵੀ ਪਟੀਸ਼ਨਸ ਪੈਂਦੀਆਂ ਰਹੀਆਂ। ਸੋ ਜਦੋਂ ਐਕਟ ਹਟ ਗਿਆ ਉਦੋਂ ਵੀ ਪਟੀਸ਼ਨਸ ਪੈ ਰਹੀਆਂ ਸੀ ਕਿ ਇਹ ਸਹੀ ਸੀਗਾ। ਉਸ ਤੋਂ ਬਾਅਦ ਕੀ ਸੋਸਾਇਟੀ ਦੇ ਵਿੱਚ ਸੇਮ ਸੈਕਸ ਮੈਰਿਜ ਵੱਧ ਗਈ। ਸੋ ਹੁਣ ਵੀ ਜੇਕਰ ਗੱਲ LGBT ਕਮਿਊਨਿਟੀ ਦੀ ਹੋਵੇ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਕਿਸੇ ਨੇ ਪਹੁੰਚਣਾ ਕੀਤੀ ਹੋਵੇ, ਇੱਦਾਂ ਨਹੀਂ ਹੋ ਸਕਦਾ। ਸੋ 2021 ਦੇ ਵਿੱਚ ਥੰਗਜ਼ਨ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜਿਹੜੇ ਕਿ ਖੁਦ LGBT ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਬਹੁਤ ਵਧੀਆ ਆਰਗੇਨਾਈਜੇਸ਼ਨ ਹੈ ਉਹਨਾਂ ਦੀ, ਉਹ ਮੁੱਦੇ ਚੱਕਦੇ ਨੇ LGBT ਕਮਿਊਨਿਟੀ ਦੇ। ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਕਿ ਸਿਰਫ ਸਾਡੀ ਕਮਿਊਨਿਟੀ ਦੇ ਉੱਤੇ ਹੀ ਕਿਉਂ ਰੋਕ ਲਗਾਈ ਗਈ ਹੈ। ਸੋ ਇਹਦੇ ਵਿੱਚ ਇਦਾਂ ਕਿਉਂ ਹੈ, ਭਾਰਤ ਦੇ ਵਿੱਚ ਇਸ ਤਰੀਕੇ ਦੀ ਰੋਕ ਕਿਉਂ ਆ। ਸੋ ਇਹ ਕੇਸ ਜਿਹੜਾ ਆ ਹਜੇ ਤੱਕ ਚੱਲ ਰਿਹਾ ਆ। ਭਾਰਤ ਸਰਕਾਰ ਨੇ ਵੀ ਇਸ ਦੇ ਉੱਤੇ ਜਿਹੜਾ ਆ ਆਪਣਾ ਜਵਾਬ ਦਿੱਤਾ ਹੈ, ਸੁਪਰੀਮ ਕੋਰਟ ਦੇ ਵਿੱਚ ਦਰਜ ਕਰਾਤਾ ਗਿਆ, ਪਿਛਲੇ ਹਫਤੇ ਹੀ ਦਾ ਜਵਾਬ ਦਿੱਤਾ ਆ ਕਿ ਜਿਹੜੀ ਇਹ ਕਮਿਊਨਿਟੀ ਹੈ ਇਸ ਦੇ ਉੱਤੇ ਅਸੀਂ ਰੋਕ ਨਹੀਂ ਲਾਈ ਹੈਗੀ। ਇਸ ਦੇ ਉੱਤੇ ਜਿਹੜੀਆਂ ਇੰਟਰਨੈਸ਼ਨਲ ਲੈਵਲਸ ਦੇ ਉੱਤੇ ਜਾ ਕੇ ਸਰਵੇ ਕਰਕੇ ਆ ਰਹੀਆਂ ਹੈ ਨਾ ਆਪਣੀਆਂ ਆਰਗੇਨਾਈਜੇਸ਼ਨਸ ਉਹਨਾਂ ਨੇ ਲਾਈ ਹੈ, ਜਿਹਦੇ ਵਿੱਚ ਹੈਗਾ ਆ ਨੈਸ਼ਨਲ ਬਲੱਡ ਟਰਾਂਸਫੋਰਮੇਸ਼ਨ ਕੌਂਸਲ, ਠੀਕ ਹੈ। ਇਸ ਤੋਂ ਇਲਾਵਾ ਨੈਸ਼ਨਲ ਏਡਸ ਕੰਟਰੋਲ ਆਰਗੇਨਾਈਜੇਸ਼ਨ, ਇਹਨਾਂ ਦੇ ਵੱਲੋਂ ਪਾਬੰਦੀ ਲਗਾਈ ਗਈ ਹੈ। ਸਰਕਾਰ ਨੇ ਇਸ ਦੇ ਉੱਤੇ ਕੋਈ ਪਾਬੰਦੀ ਨਹੀਂ ਲਗਾਈ। ਸਰਕਾਰ ਹਮੇਸ਼ਾ ਕਹਿ ਰਹੀ ਹੈ ਕਿ ਸਰਕਾਰ ਤਾਂ ਖੁਦ ਪ੍ਰਮੋਟ ਕਰਦੀ ਹੈ ਰਕਤਦਾਨ, ਮਹਾਦਾਨ, ਹੈ ਨਾ। ਸੋ ਜੇਕਰ ਉਹੀ ਪੈਰਲਰ ਗੱਲ ਕਰਾਂ ਤਾਂ ਸਰਕਾਰ ਜਿਹੜਾ ਆ HIV ਏਡਸ ਨੂੰ ਲੈ ਕੇ ਕਈ ਤਰੀਕੇ ਦੀਆਂ ਜਾਗਰੂਕਤਾ ਮੁਹਿੰਮਾਂ ਚਲਾਉਂਦੀ ਹੈ, ਠੀਕ ਹੈ। ਇੱਕ ਟ੍ਰੇਨ ਚਲਾਈ ਗਈ ਹੈ ਜਿਸ ਦੇ ਵਿੱਚ ਪ੍ਰੋਪਰ ਤੁਸੀਂ ਸੁਣਿਆ ਵੀ ਹੁਣ ਏਡਸ ਵਾਲੀ ਟ੍ਰੇਨ ਚੱਲਦੀ ਹੈ ਜੀ। ਹਰ ਇੱਕ ਗਲੀ ਮਹੱਲੇ ਸ਼ਹਿਰ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਰੇਲਵੇ ਸਟੇਸ਼ਨ ਅਵੇਲੇਬਲ ਹੈ ਉੱਥੇ ਜਾਂਦੇ ਆ, ਖੜਦੇ ਆ ਲੋਕ, ਉੱਥੇ ਪਹੁੰਚਦੇ ਆ, ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਆ ਪ੍ਰੋਪਰ ਕਿ ਤੁਸੀਂ ਪ੍ਰੋਟੈਕਸ਼ਨਸ ਦਾ ਯੂਜ਼ ਕਰੋ ਜਾਂ ਇਹ ਕਰੋ ਤੁਸੀਂ, ਹਾਂ। ਤਾਂ ਉਹ ਸੋ ਇਸ ਦੇ ਉੱਤੇ ਵੀ ਜਿਹੜਾ ਆ ਥੰਗਜ਼ਨ ਸਿੰਘ ਨਾਮ ਦੇ ਵਿਅਕਤੀ ਜਿਹੜੇ ਨੇ LGBT ਕਮਿਊਨਿਟੀ ਨੂੰ ਪ੍ਰੈਜ਼ੈਂਟ ਕਰਦੇ ਨੇ, ਉਹਨਾਂ ਨੇ
ਪਟੀਸ਼ਨ ਪਾਈ ਸੀਗੀ ਜਿਸ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਬਹਿਸ ਵੀ ਹੋਈ ਹੈ। ਸੋ ਇਸ ਦੇ ਉੱਤੇ ਹਜੇ ਕੋਈ ਫੈਸਲਾ ਨਹੀਂ ਆਇਆ, ਇਹ ਲੀਗਲ ਨਹੀਂ ਹੋਇਆ ਹੈਗਾ ਕਿ ਹਾਂ ਤੁਸੀਂ ਦੇ ਸਕਦੇ ਹੋ, ਪਾਬੰਦੀ ਹਟਾਈ ਨਹੀਂ ਗਈ, ਬਟ ਫੈਸਲੇ ਆ ਰਹੇ ਨੇ। ਸੁਪਰੀਮ ਕੋਰਟ ਦੇ ਵਿੱਚ ਭਾਰਤ ਸਰਕਾਰ ਨੇ ਇਹ ਜਵਾਬ ਦਿੱਤਾ ਕਿ ਅਸੀਂ ਇਸ ਦੇ ਉੱਤੇ ਨਹੀਂ ਲਗਾਇਆ, ਜੇਕਰ ਅਸੀਂ ਪਾਬੰਦੀ ਹਟਾ ਵੀ ਦਿੰਦੇ ਹਾਂ ਤਾਂ ਵੀ ਲੋਕ ਜਿਹੜਾ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਨਗੇ, ਕਿਉਂਕਿ ਇੱਕ ਮਿੱਥ ਬਣਦਾ ਨਾ ਬਿਲਕੁਲ ਹਾਂ ਕਿ ਇਹ ਕਿਸੇ ਟਰਾਂਸਜੈਂਡਰ ਦਾ ਖੂਨ ਹੈ, ਇਹ ਕਿਸੇ ਹਨਾ ਗੇ ਦਾ ਖੂਨ ਹੈ, ਮੇਰੇ ਅੰਦਰ ਹਾਂ ਕਿਉਂ ਲਈਏ ਅਸੀਂ, ਕਿ ਲੋਕ ਇਹਨੂੰ ਐਕਸੈਪਟ ਨਹੀਂ ਕਰਨਗੇ। ਸੋ ਕਿਤੇ ਨਾ ਕਿਤੇ ਸਾਨੂੰ ਸੁਸਾਇਟੀ ਨੂੰ ਵੀ ਕਰਨਾ ਪੈਂਦਾ, ਕਿਉਂਕਿ ਅਸੀਂ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹਿੰਦੂ, ਮੁਸਲਿਮ, ਸਿੱਖ, ਈਸਾਈ ਅਸੀਂ ਇਹਨਾਂ ਮੁੱਦਿਆਂ ਤੇ ਲੜ ਤਾਂ ਲੈਂਦੇ ਹਾਂ, ਪਰ ਜਦੋਂ ਸਾਡੇ ਘਰ ਦਾ ਕੋਈ ਬੰਦਾ ਬਿਮਾਰ ਪਿਆ ਹੁੰਦਾ ਜਾਂ ਅਸੀਂ ਖੁਦ ਬਿਮਾਰ ਪਏ ਹੁੰਦੇ, ਜਦੋਂ ਸਾਨੂੰ ਬਲੱਡ ਦੀ ਲੋੜ ਆ, ਅਸੀਂ ਕਦੀ ਬਲੱਡ ਗਰੁੱਪ ਦੇਖਦੇ ਹਾਂ ਹਮੇਸ਼ਾ ਕਿ B ਪੋਜ਼ਿਟਿਵ ਹੈ, O ਪੋਜ਼ਿਟਿਵ ਹੈ, ਨੈਗੇਟਿਵ ਹੈ ਹਨਾ, ਪਰ ਆਪਾਂ ਇਹ ਨਹੀਂ ਪੁੱਛਦੇ ਕਿ ਕਿਹੜੀ ਕਮਿਊਨਿਟੀ ਦੇ ਬੰਦੇ ਦਾ ਆ, ਇਹ ਮੁਸਲਿਮ ਦਾ ਹੈ, ਸਿੱਖ ਦਾ ਹੈ, ਹਿੰਦੂ ਦਾ ਹੈ, ਈਸਾਈ ਦਾ ਹੈ। ਸੋ ਜੇਕਰ ਮੈਨੂੰ ਲੱਗਦਾ ਪਾਬੰਦੀ ਹਟ ਜਾਂਦੀ ਹੈ, ਚਲੋ ਉਹ ਪ੍ਰੋਟੋਕੋਲਸ ਨੇ ਜਿਹੜੇ ਸਰਕਾਰ ਨੇ ਦਿੱਤੇ ਹੈ, ਉਹ ਪ੍ਰੋਟੋਕੋਲ ਹੋਣੇ ਵੀ ਚਾਹੀਦੇ ਆ, ਕਿਉਂਕਿ ਬਲੱਡ ਜਿਹੜਾ ਆ ਇਹ ਬਹੁਤ ਰੇਅਰ ਟਾਈਮ ਦੇ ਉੱਤੇ ਲੋੜ ਪੈਂਦੀ ਹੈ, ਜਦੋਂ ਕੋਈ ਮਸਲਾ ਗੰਭੀਰ ਹੋ ਜਾਂਦਾ ਉਦੋਂ ਹੀ ਬਲੱਡ ਦੀ ਲੋੜ ਪੈਂਦੀ ਹੈ। ਹੁਣ ਤਾਂ ਬਲੱਡ ਸੁੱਖ ਰੱਖੇ ਰੱਬ ਕਿਸੇ ਨੂੰ ਪਵੇ ਨਾ, ਠੀਕ ਹੈ। ਸੋ ਉਦੋਂ ਵੀ ਜਿਹੜਾ ਡਾਕਟਰਸ ਜਿਹੜੇ ਨੇ ਉਹ ਬਹੁਤ ਤਰੀਕੇ ਦੇ ਕਰਦੇ ਨੇ, ਕਿਉਂਕਿ ਤੁਸੀਂ ਵੀ ਕਦੀ ਬਲੱਡ ਡੋਨੇਟ ਕੀਤਾ ਹੋਏਗਾ ਜਾਂ ਮੈਂ ਵੀ ਕੀਤਾ ਹੋਇਆ, ਤਾਂ ਪਹਿਲਾਂ ਡਾਕਟਰ ਸਾਡੀਆਂ ਅੱਖਾਂ ਚੈੱਕ ਕਰਦੇ ਨੇ, ਵੇਟ ਹੁੰਦਾ ਆ ਕਿੰਨਾ ਹੈ ਤੁਹਾਡਾ, ਫਿਰ ਬਲੱਡ ਦੀ ਉਹਦੇ ਵਿੱਚ ਕਾਊਂਟਿੰਗ ਕਰਦੇ ਆ ਕਿ ਜੇਕਰ ਤੁਹਾਡੀ ਬੋਡੀ ਚੋਂ ਬਲੱਡ ਕੱਢਿਆ ਗਿਆ ਤਾਂ ਤੁਹਾਨੂੰ ਕੋਈ ਇਫੈਕਟ ਨਾ ਹੋਵੇ। ਸੋ ਉਸ ਤੋਂ ਇਲਾਵਾ ਜਿਹੜਾ ਆ ਬਲੱਡ ਡੋਨੇਟ ਕਰਨ ਤੋਂ ਬਾਅਦ ਤੁਹਾਨੂੰ ਮੀਲ ਵੀ ਦਿੰਦੇ ਆ, ਇੰਨੇ ਟਾਈਮ ਬਾਅਦ ਤੁਹਾਨੂੰ ਦੁੱਧ ਦੇਣਗੇ ਹਨਾ, ਹੋਰ ਫਰੂਟਸ ਦੇਣਗੇ ਹਨਾ, ਡਰਾਈ ਫਰੂਟਸ ਦੇਣਗੇ ਕਿ ਤੁਹਾਨੂੰ ਉਸ ਵੇਲੇ ਸਟੇਬਲ ਰੱਖਿਆ ਜਾਵੇ, ਕਿ ਤੁਹਾਨੂੰ ਚੱਕਰ ਨਾ ਆਉਣ। ਸੋ ਉਹ ਸਾਰੇ ਜਿਹੜਾ ਹੁੰਦੇ ਨੇ ਉਹ ਕੈਟਾਗਰੀਜ਼ ਹੁੰਦੀਆਂ ਡਾਕਟਰ ਦੀਆਂ। ਸੋ ਡਾਕਟਰਸ ਨੇ ਉਸ ਚੀਜ਼ ਦੇ ਉੱਤੇ ਜਿਹੜਾ ਕੰਮ ਕਰਨਾ ਹੁੰਦਾ। ਸੋ ਜੇਕਰ ਆਹ ਗਾਈਡਲਾਈਨਸ ਫੋਲੋ ਹੁੰਦੀਆਂ ਨੇ ਤਾਂ ਗਾਈਡਲਾਈਨਸ ਨੂੰ ਫੋਲੋ ਕਰਕੇ ਜਿਹੜਾ ਇਸ ਦੇ ਉੱਤੇ ਡਾਕਟਰ ਜਿਹੜੇ ਨੇ ਆਪਣੀ ਸਲਾਹ ਵੀ ਦੇ ਸਕਦੇ ਨੇ। ਸੋ ਇੱਕ ਜਿਹੜਾ ਕਮਿਊਨਿਟੀ ਦੇ ਉੱਤੇ ਰੋਕ ਲੱਗੀ ਹੈ, ਮੈਨੂੰ ਲੱਗਦਾ ਇਹ ਹਟ ਵੀ ਸਕਦੀ ਹੈ ਜੀ। ਪਰ ਉੱਥੇ ਵਿਵੇਕ ਜੀ ਮੇਰੇ ਮਨ 'ਚ ਇਹ ਵੀ ਕੁਐਸਚਨ ਆਉਂਦਾ ਹੈ ਕਿ ਜਿਵੇਂ ਕਿ ਚਾਹੇ ਇਸ ਪੂਰੇ ਮੁੱਦੇ ਤੇ ਮਤਲਬ ਕਿ ਕਾਨੂੰਨ ਦੀ ਇਹ ਹਟ ਵੀ ਜਾਵੇ ਕਿ ਲੋਕ ਕਹਿ ਵੀ ਦੇਵੇ, ਪ੍ਰੋਵੀਜ਼ਨ ਕਹਿ ਵੀ ਦੇਵੇ ਕਿ ਅਸੀਂ ਯੂਜ਼ ਕਰ ਸਕਦੇ ਹਾਂ LGBT ਦਾ ਹੈ ਨਾ ਬਲੱਡ, ਕੀ ਲੋਕ ਇਸ ਚੀਜ਼ ਨੂੰ ਐਕਸੈਪਟ ਕਰਨਗੇ? ਮੈਂ ਉਹੀ ਤਾਂ ਦੱਸਦਾ ਪਿਆ ਕਿ ਨਾ ਲੋਕਾਂ ਦੀ ਮੈਂਟੈਲਿਟੀ ਕਿਤੇ ਨਾ ਕਿਤੇ ਇਦਾਂ ਦੀ ਬਣ ਗਈ ਹੈ। ਬਟ ਗਰਿਮਾ ਜੇਕਰ ਅੱਜ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮਤਲਬ ਜਿੱਦਾਂ ਆਪਾਂ ਪੜ੍ਹ ਲਿਖ ਲੈ ਗਏ ਹਾਂ ਨਾ, ਸੋ ਆਪਾਂ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹ ਲੈਂਦੇ ਹਾਂ। ਸੋ ਜਦੋਂ ਤੁਸੀਂ ਕਿਸੇ ਬੜੀ ਯੂਨੀਵਰਸਿਟੀ ਦੇ ਵਿੱਚ ਜਾਂਦੇ ਹੋ, ਤੁਹਾਡਾ ਮਾਈਂਡਸੈਟ, ਤੁਹਾਡੀ ਸੋਚ, ਠੀਕ ਹੈ, ਤੁਹਾਡਾ ਵੇ ਆਫ ਲਿਵਿੰਗ ਵੀ ਬਦਲਦਾ, ਠੀਕ ਹੈ। ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਗਿਆ, ਠੀਕ ਹੈ, ਮੈਂ ਨਵਾਂ ਗਿਆ, ਸੋ ਉਸ ਤੋਂ ਪਹਿਲਾਂ ਡਿਫਰੈਂਟ ਥਿੰਕਿੰਗ ਸੀਗੀ ਕਿ ਸਾਡੇ ਮੂਹਰੇ ਕੋਈ ਮੁੰਡਾ ਹੱਥ ਲਾ ਕੇ ਗੱਲ ਕਰਦਾ ਸੀ, ਅਸੀਂ ਉਹਨੂੰ 100 ਤਰੀਕੇ ਦੇ ਨਾਮ ਦੇ ਦਿੰਦੇ ਸੀ ਕਿ ਇਹ ਤਾਂ ਯਾਰ ਕੁੜੀਆਂ ਵਾਂਗੂ ਗੱਲ ਕਰਦਾ, ਇਹ ਤਾਂ ਹੱਥ ਲਾ ਕੇ ਗੱਲ ਕਰਦਾ, ਇਹਦੀ ਆਵਾਜ਼ ਕੁੜੀਆਂ ਵਰਗੀ ਆ। ਅਸੀਂ ਉਹ ਚੀਜ਼ ਨੂੰ ਟੌਂਟ ਦਾ ਵੇ ਬਣਾਉਂਦੇ ਸੀਗੇ। ਜਦੋਂ ਅਸੀਂ ਗਏ ਆ ਯੂਨੀਵਰਸਿਟੀ, ਸੋ ਮੇਰਾ ਇੱਕ ਇੰਸੀਡੈਂਟ ਰਿਹਾ ਮੇਰੇ ਨਾਲ ਕਿ ਮੈਂ ਇੱਕ ਯੂਨੀਵਰਸਿਟੀ ਦੇ ਵਿੱਚ ਗਿਆ ਜਦੋਂ ਪੜ੍ਹਾਈ ਕਰਦਾ ਸੀ। ਸੋ ਮੇਰਾ ਇੱਕ ਬਹੁਤ ਵਧੀਆ ਦੋਸਤ ਬਣ ਗਿਆ, ਤੇ ਉਸ ਬੰਦੇ ਨੇ ਮੈਨੂੰ ਕਦੀ ਦੱਸਿਆ ਨਹੀਂ ਕਿ ਉਹ ਐਕਚੁਅਲ 'ਚ ਹੈ ਕੀ ਹੈ, ਠੀਕ ਹੈ। ਸੋ ਅਸੀਂ ਜਾਂਦੇ ਸੀਗੇ, ਅਸੀਂ ਜਾਂਦੇ ਲੰਘਦੇ ਵੜਦੇ ਕਿਤੇ ਸਾਨੂੰ ਕੁੜੀ ਵੀ ਦੇਖ ਗਈ, ਅਸੀਂ ਤਾਂ ਵੀ ਹੱਸ ਪੈਣਾ ਹੈ ਨਾ। ਸੋ ਉਹ ਬੰਦਾ ਇਸ ਚੀਜ਼ ਦੇ ਇੰਟਰਸਟ ਨਹੀਂ ਸੀਗਾ। ਸੋ ਜਦੋਂ 2018 ਦੇ ਵਿੱਚ ਕਾਨੂੰਨ 377 ਹਟਿਆ, ਰਾਈਟਸ ਮਿਲ ਗਏ ਗੇ, ਲੈਸਬੀਅਨ, ਬਾਇਓਸੈਕਸ਼ੂਅਲਸ ਨੂੰ, ਸੋ ਉਸ ਵੇਲੇ ਉਸ ਬੰਦੇ ਨੇ ਦੱਸਿਆ ਕਿ ਮੈਂ ਗੇ ਹਾਂ ਜੀ, ਦੋਸਤੀ ਪੈ ਗਈ। ਆਪਸ਼ਨਸ ਕੀ ਸੀਗੇ? ਜਾਂ ਤਾਂ ਇਹਨੂੰ ਛੱਡ ਦੋ, ਠੀਕ ਹੈ, ਜਾਂ ਇਹ ਜਿੱਦਾਂ ਦਾ ਮੇਰਾ ਦੋਸਤ ਹੈਗਾ, ਦੋਸਤ ਹੈ, ਕੋਈ ਖੈਰਾਤ ਨਹੀਂ ਹੈ। ਸੋ ਮਾਈਂਡਸੈਟ ਵੀ ਬਦਲਿਆ ਕਿ ਨਹੀਂ ਇਹਨਾਂ ਕੋਲ ਵੀ ਹੱਕ ਹੈ। ਕਈ ਵਾਰ ਸਾਨੂੰ ਗੱਲਾਂ ਸੁਣ ਕੇ, ਸੋ ਉਸ ਬੰਦੇ ਦੀ ਸੋਚ ਨੂੰ ਦੇਖ ਕੇ ਵੀ, ਮਤਲਬ ਉਸ ਬੰਦੇ ਨੇ ਆਪਣੀ 18-19 ਸਾਲ ਦੀ ਉਮਰ ਦੇ ਵਿੱਚ ਕੀ ਸੈਕਰੀਫਾਈਸ ਕੀਤੇ ਨੇ ਉਹ ਵੀ ਦੇਖਣ ਨੂੰ ਮਿਲਿਆ ਕਿ ਨਾ ਉਹ ਫੈਮਿਲੀ ਨੂੰ ਦੱਸ ਸਕਦਾ ਹੈ, ਨਾ ਉਹ ਸੋਸਾਇਟੀ ਦੇ ਵਿੱਚ ਦੱਸ ਸਕਦਾ, ਨਾ ਦੋਸਤਾਂ ਨੂੰ। ਕਿਉਂਕਿ ਹੁਣ ਕਹਿੰਦੇ ਆ ਨਾ ਕਿ ਤੁਸੀਂ ਸਾਰੀ ਦੁਨੀਆ ਤੋਂ ਠੁਕਰਾ ਲਓ, ਤੁਸੀਂ ਆਪਣੇ ਦੋਸਤ ਤੋਂ ਠੁਕਰਾ ਜਾਓ, ਤੁਸੀਂ ਆਪਣੇ ਕਿਸੇ ਲਵ ਵਨ ਤੋਂ ਠੁਕਰਾ ਜਾਓ, ਨੌਕਰੀ ਚਲੀ ਗਈ, ਸਭ ਕੁਝ ਚਲਾ ਗਿਆ, ਤੁਸੀਂ ਘਰ ਬੈਠੇ ਹੋ ਨਾ, ਮਾਂ-ਬਾਪ ਨਾਲ ਗੱਲ ਕਰਦੇ ਹੋ, ਤੁਹਾਨੂੰ ਚੈਨ ਮਿਲਦਾ। ਸੋ ਜੇਕਰ ਤੁਸੀਂ ਆਪਣੇ ਮਾਂ-ਬਾਪ ਤੋਂ ਹੀ ਠੁਕਰਾਏ ਗਏ ਤਾਂ ਤੁਸੀਂ ਕਿੱਥੇ ਜਾਓਗੇ, ਤੁਹਾਨੂੰ ਕਿੱਥੋਂ ਚੈਨ ਮਿਲੇਗਾ? ਸੋ ਸੋਸਾਇਟੀ ਨੂੰ ਵੀ ਆਪਣੀ ਥਿੰਕਿੰਗ ਥੋੜੀ ਬਦਲਣੀ ਚਾਹੀਦੀ ਆ। ਉਹ ਵੀ ਇਨਸਾਨ ਹੈ, ਉਹਨਾਂ ਦੇ ਅੰਦਰ ਵੀ ਫੀਲਿੰਗਸ ਹੈ। ਪਰ ਉੱਥੇ ਵਿਵੇਕ ਜੀ ਜੇ ਇੱਕ ਬੜੀ ਪੁਰਾਣੀ ਕਹਾਵਤ ਹੈ, ਹੀਰ ਜੰਮੇ ਪਰ ਸਾਡੇ ਘਰ ਨਾ ਜੰਮੇ। ਇਹ ਮਤਲਬ ਕਿ ਇੱਕ ਮਤਲਬ ਕਿ ਜਿੱਥੇ ਤੁਸੀਂ ਗੱਲ ਕਰਦੇ ਕਿ ਥਿੰਕਿੰਗ ਚੇਂਜ ਤਾਂ ਹੋਈ ਹੈ ਲੋਕਾਂ ਦੀ, ਪਰ ਉੱਥੇ ਕਿਤੇ ਨਾ ਕਿਤੇ ਇਹ ਕਹਾਵਤ ਹਰ ਗੱਲ 'ਚ ਮਤਲਬ ਕਿ ਟੁੱਕਦੀ ਹੈ। ਦੇਖੋ ਕਿ ਲੋਕਾਂ ਦੀ ਕਿਤੇ ਨਾ ਕਿਤੇ ਥਿੰਕਿੰਗ ਉਹ ਜੁੜਦੀ ਜ਼ਰੂਰ ਹੈ। ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਹੈਗਾ ਕਿ ਲੋਕ ਕਦੇ ਨਾ ਕਦੇ ਇਹਨਾਂ ਮਤਲਬ ਕਿ ਇਹ ਸੋਚਦੇ ਵੀ ਅਸੀਂ LGBT ਦਾ ਹੀ ਕਿਉਂ ਯੂਜ਼ ਕਰੀਏ, ਹੈ ਨਾ। ਮੈਂ ਇਹ ਗੱਲ ਕਹਿ ਰਹੀ ਸੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਜਾ ਕੇ ਬੱਚੇ ਪੜ੍ਹ ਲਿਖ ਜਾਂਦੇ ਆ, ਸੋਚ ਵਰਸਟਾਈਲ ਹੋ ਜਾਂਦੀ ਹੈ, ਪਰ ਕਿਤੇ ਨਾ ਕਿਤੇ ਇਹ ਮੁੱਦਾ ਜ਼ਰੂਰ ਆ ਜਾਂਦਾ ਹੈ ਕਿ ਜਦੋਂ ਆਪਣੇ ਤੇ ਵਾਰੀ ਆਉਂਦੀ ਹੈ ਤਾਂ ਲੋਕ ਇਹ ਸੋਚਦੇ ਕਿ ਅਸੀਂ ਇਹ ਵਰਤ ਤਾਂ ਰਹੇ ਆ, ਕਿਵੇਂ ਦਾ ਹੋਊਗਾ ਕਿਵੇਂ ਦਾ ਨਹੀਂ। ਦੇਖੋ ਇੱਕ ਕਿਹਾ ਜਾਂਦਾ ਨਾ ਕਿ ਫਿਲਮਾਂ ਜਿਹੜੀਆਂ ਨੇ ਉਹ ਸੋਸਾਇਟੀ ਦਾ ਇੱਕ ਰੋਲ ਅਦਾ ਕਰਦੀਆਂ ਨੇ, ਇੱਕ ਤੁਹਾਡੀ ਸੋਚ। ਸੋ ਇੱਕ ਫਿਲਮ ਆਈ ਸੀ ਜੈ ਹੋ,
ਜੀ ਸਲਮਾਨ ਖਾਨ ਦੀ। ਜੀ ਜੀ ਉਹਦੇ ਵਿੱਚ ਸਲਮਾਨ ਖਾਨ ਕੀ ਕਰਦੇ, ਕਿਸੇ ਦੀ ਹੈਲਪ ਕਰਦੇ ਤਾਂ ਕਹਿੰਦੇ ਤੁਸੀਂ ਮੈਨੂੰ ਥੈਂਕ ਯੂ ਨਾ ਕਹੋ, 4 ਲੋਕਾਂ ਦੀ ਮਦਦ ਕਰ ਦਿਓ। ਜੀ। ਸੋ ਐਟ ਦਾ ਐਂਡ ਕੀ ਹੁੰਦਾ, ਜਦੋਂ ਸਲਮਾਨ ਖਾਨ ਮਰਨ ਵਾਲਾ ਹੁੰਦਾ ਸਾਰੀ ਸੋਸਾਇਟੀ ਇਕੱਠੀ ਹੋ ਜਾਂਦੀ, ਸਾਰੇ ਬੰਦੇ ਇਕੱਠੇ ਹੋ ਜਾਂਦੇ ਆ ਕਿ ਇਸ ਬੰਦੇ ਨੇ ਸਾਨੂੰ ਇਹ ਕਿਹਾ ਸੀ 4 ਲੋਕਾਂ ਦੀ ਮਦਦ ਕਰੋ, ਇੱਕ ਚੇਨ ਬਣ ਗਈ, ਲੋਕਾਂ ਨੇ ਉਹ ਚੀਜ਼ ਫੋਲੋ ਕੀਤੀ। ਸੋ ਸੋਸਾਇਟੀ ਹਮੇਸ਼ਾ ਘਰੋਂ ਸ਼ੁਰੂ ਹੁੰਦੀ ਹੈ। ਜੀ ਮਾਂ-ਬਾਪ ਪਤਾ ਨਹੀਂ ਕਿਉਂ ਆਪਣੇ ਬੱਚਿਆਂ ਨੂੰ ਥੋੜਾ ਨਿਗਲੈਕਟ ਕਰਨਾ ਸ਼ੁਰੂ ਕਰ ਦਿੰਦੇ ਆ, ਪਰ ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਸਾਡਾ ਬੱਚਾ ਬਾਕੀ ਬੱਚਿਆਂ ਤੋਂ ਡਿਫਰੈਂਟ ਹੈ, ਬਿਲਕੁਲ ਸਪੈਸ਼ਲ ਚਾਈਲਡ। ਹਾਂ, ਸੋਚ ਬਦਲਣ ਦੀ ਗੱਲ ਹੈ। ਜੇਕਰ ਤੁਹਾਡਾ ਬੱਚਾ ਡਿਸੇਬਲ ਹੈ, ਤੁਸੀਂ ਛੱਡ ਦੋਗੇ? ਬਿਲਕੁਲ ਨਹੀਂ, ਪਾਲਦੇ ਆ ਨਾ। ਸੋ ਜੇਕਰ ਤੁਹਾਡੇ ਬੱਚੇ ਨੂੰ ਇਹ ਉਹਦੀ ਕੋਈ ਗਲਤੀ ਨਹੀਂ ਹੈਗੀ, ਆਪਾਂ ਜੇ ਸਾਇੰਟੀਫਿਕ ਗੱਲ ਕਰੀਏ ਤਾਂ ਸਾਇੰਟੀਫਿਕ ਚੀਜ਼ ਇਹ ਕਹਿ ਦਿੰਦੀ ਕਿ ਡਰੱਗ ਐਡਿਕਟਡ ਨੂੰ ਤੁਸੀਂ ਬਦਲ ਸਕਦੇ ਹੋ, ਉਹਦਾ ਟ੍ਰੀਟਮੈਂਟ ਹੈ। ਜੇਕਰ ਉਹ ਕਿਸੇ ਕੋਮਾ ਦੇ ਵਿੱਚ ਚਲਾ ਜਾਂਦਾ ਆ, ਕਿਸੇ ਡਿਪਰੈਸ਼ਨ 'ਚ ਚਲਾ ਜਾਂਦਾ ਤਾਂ ਉਹਨੂੰ ਬਾਹਰ ਕੱਢ ਸਕਦੇ ਹੋ। ਬਟ ਜਿਹੜੇ LGBT ਕਮਿਊਨਿਟੀ ਹੈ, ਜਿਹਨੂੰ ਇੱਕ ਦੂਸਰੇ ਲਈ ਫੀਲਿੰਗਸ ਹੈ, ਤੁਸੀਂ ਉਹ ਕੀ ਕਰ ਸਕਦਾ, ਫੀਲਿੰਗਸ ਤੇ ਫੀਲਿੰਗ ਤੇ ਕਿਵੇਂ ਕੰਟਰੋਲ ਕਰ ਸਕਦੇ ਹੋ? ਠੀਕ ਹੈ। ਸੋ ਸਾਨੂੰ ਸੋਸਾਇਟੀ ਨੂੰ ਸੋਚ ਬਦਲਣੀ ਪਏਗੀ। ਠੀਕ ਹੈ, ਅਸੀਂ ਇਸ ਚੀਜ਼ ਦਾ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਹੈਲਥ ਦੇ ਰਿਲੇਟਡ ਚੀਜ਼ ਹੈ, ਬਟ ਇਹ ਹੈ ਕਿ ਗਾਈਡਲਾਈਨਸ ਜਿੱਥੇ ਤੁਸੀਂ ਨਾਰਮਲ ਬੰਦੇ ਦੀ ਵੀ ਲੈਂਦੇ ਹੋ ਨਾ, ਤੁਸੀਂ ਬਲੱਡ ਐ ਨਹੀਂ ਲੈਂਦੇ, ਉੱਥੇ ਇਹਨਾਂ ਦੀ ਵੀ ਚੈੱਕਅਪ ਕਰ ਲਓ। ਇੱਕ ਮਿਥ ਜਿਹੜਾ 1980 ਦੇ ਵਿੱਚ ਬਣ ਗਿਆ ਕਿ ਲੋਕ ਕੁਝ ਲੋਕਾਂ ਦੀ ਵਜ੍ਹਾ, ਹਾਂ, ਕਿ ਇਹ ਲੋਕ ਬਹੁਤ ਜ਼ਿਆਦਾ ਜੌਨ ਸੰਬੰਧ ਬਣਾਉਂਦੇ ਨੇ, ਸਰੀਰਕ ਸੰਬੰਧ ਬਣਾਉਂਦੇ ਨੇ। ਕੀ ਪਤਾ ਅੱਜ ਦੇ ਟਾਈਮ 'ਚ ਉਹ ਚੀਜ਼ਾਂ ਬਦਲ ਗਈਆਂ ਹੁਣ, ਬਿਲਕੁਲ ਸਰ, ਕਿਉਂਕਿ ਹਾਂ ਜਨਰੇਸ਼ਨ ਗਿਆ, ਐਜੂਕੇਟਡ ਹੋਏ ਆ ਲੋਕ। ਕਿਉਂਕਿ ਪਹਿਲਾਂ ਦੀ ਜੇਕਰ 1980 ਦੀ ਗੱਲ ਕਰਾਂ ਤਾਂ ਉਸ ਵੇਲੇ ਸਰਕਾਰ ਨੂੰ ਇੱਕ ਮੁਹਿੰਮ ਵੀ ਲੈ ਕੇ ਆਣੀ ਪਈ ਸੀਗੀ। ਠੀਕ ਹੈ, ਬੱਚੇ ਪੈਦਾ ਕਰਨ ਦੇ ਉੱਤੇ ਰੋਕ ਲਗਾਣੀ ਪਈ, ਰੋਕ ਨਹੀਂ ਮਤਲਬ ਗਾਈਡਲਾਈਨਸ ਦੇਣੀਆਂ ਪੈ ਗਈਆਂ ਸੀਗੀਆਂ। ਇੱਕ ਚਾਈਲਡ ਹੀ ਕਰੋ, ਹਾਂ, 2 ਬੱਚੇ ਹੀ ਅੱਛੇ, ਹਨਾ, ਫੈਮਿਲੀ ਪਲੈਨਿੰਗ ਨੂੰ ਲੈ ਕੇ। ਸੋ ਉਸ ਚੀਜ਼ ਤੇ ਵੀ ਤਾਂ ਕੰਟਰੋਲ ਹੋਇਆ ਹੀ ਹੈ। ਪਹਿਲਾਂ ਦੇ ਟਾਈਮ ਤੇ ਅਸੀਂ 7-7 8-8 ਬੱਚੇ ਦੇਖਦੇ ਸੀ, ਅੱਜ ਦੇ ਟਾਈਮ ਤੇ 2, ਜਿਹੜੇ ਬੰਦਾ 3 ਕਰ ਗਿਆ ਹੋਗਾ ਉਹ ਯਾਰ ਮਤਲਬ ਹਨਾ ਬੜਾ ਹੀ ਔਖਾ ਹੈ। ਸੋ ਸੋਚ ਵੀ ਬਦਲੀ ਹੈ, ਟਾਈਮ ਲੱਗਦਾ ਚੀਜ਼ਾਂ ਨੂੰ। ਹੁਣ ਇਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਸੋਚ ਬਦਲ ਕੇ ਹੀ ਕੰਮ ਹੋਏਗਾ। ਪਰ ਹਾਂ, ਸਰਕਾਰ ਆਪਣੇ ਜਿਹੜੇ ਫਾਰਮੈਟਸ ਨੇ ਉਹ ਪੂਰੇ ਕਰਨ, ਹੈਲਥ ਗਾਈਡਲਾਈਨਸ ਪੂਰੀਆਂ ਕਰਨ, ਮੇ ਵੀ ਇਹ ਚੀਜ਼ ਹਟ ਜਾਏਗੀ। ਇਸ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਵਿਵੇਕ, ਕੀ ਕਿਸੇ ਹੋਰ ਕੰਟਰੀਜ਼ ਦੇ ਵਿੱਚ ਵੀ ਇਸ LGBT ਕਮਿਊਨਿਟੀ ਤੇ ਪਾਬੰਦੀ ਹੈ ਕਿ ਉਹ ਬਲੱਡ ਡੋਨੇਟ ਨਹੀਂ ਕਰ ਸਕਦੇ? ਜੀ, ਸਿਰਫ ਭਾਰਤ ਹੀ ਨਹੀਂ ਹੈਗਾ ਇਦਾਂ ਦਾ, ਕਿਉਂਕਿ ਹੈਲਥ ਸਿਸਟਮ ਸਾਰੇ ਪਾਸੇ ਇਦਾਂ ਹੀ ਹੈ। ਹੈਲਥ ਜੇਕਰ ਮੈਂ ਹੋਰ ਦੇਸ਼ਾਂ ਦੀ ਗੱਲ ਕਰਾਂ ਤਾਂ ਅਮਰੀਕਾ ਦੇ ਵਿੱਚ ਹੈਲਥ ਨੂੰ ਬਹੁਤ ਪ੍ਰਾਇੋਰਟੀ ਦਿੰਦੇ ਨੇ। ਤੁਸੀਂ ਸੁਣਿਆ ਵੀ ਹੋਊਗਾ ਕਿ ਉਹ ਜਦੋਂ ਸਮਾਨ ਲੈਂਦੇ ਨੇ ਕਿਸੇ ਕੰਟਰੀ ਚੋਂ, ਸਪੋਜ਼ ਹੁਣ ਇੰਡੀਆ ਦੇ ਵਿੱਚ ਉਹਨਾਂ ਨੇ ਅੰਬ ਮੰਗਾ ਲਏ, ਸੋ ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਅੰਬ ਜਿਹੜੇ ਨੇ ਇੰਜੈਕਸ਼ਨ ਲਾ ਕੇ ਪਕਾਏ ਗਏ ਨੇ, 에ਅਰਪੋਰਟ ਤੋਂ ਹੀ ਪੂਰਾ ਟੈਂਡਰ ਤੁਹਾਡਾ ਵਾਪਸ ਆ ਜਾਏਗਾ। 에ਅਰਪੋਰਟ ਕ੍ਰਾਸ ਕਰਕੇ ਕੰਟਰੀ 'ਚ ਨਹੀਂ ਆਣ ਦਿੰਦੇ ਉਹ, ਕਿਉਂਕਿ ਸਾਡੇ ਲੋਕਾਂ ਦੀ ਜਦੋਂ ਇਹ ਖਾਓਗੇ ਚੀਜ਼ ਤਾਂ ਹੈਲਥ ਤੇ ਇਫੈਕਟ ਪਏਗਾ। ਠੀਕ ਹੈ, ਸੋ ਅਮਰੀਕਾ ਦੇ ਵਿੱਚ ਇਹ ਰੂਲ ਹੈਗਾ ਆ। ਇਸ ਤੋਂ ਇਲਾਵਾ UK ਦੇ ਵਿੱਚ ਵੀ ਇਹ ਰੂਲ ਹੈ ਜਿੱਥੇ LGBT ਕਮਿਊਨਿਟੀ ਦਾ ਬਲੱਡ ਨਹੀਂ ਲਿਆ ਜਾਂਦਾ। ਸੋ ਸਵਿਟਜ਼ਰਲੈਂਡ ਵੀ ਇੱਕ ਇੱਦਾਂ ਦੀ ਹੈ, ਕੈਨੇਡਾ ਵੀ ਇੱਦਾਂ ਦੀ ਹੈ, ਪਰ ਕੈਨੇਡਾ ਦੇ ਵਿੱਚ ਜਿਹੜੇ ਰੂਲਸ ਨੇ ਉਹ ਥੋੜੇ ਸਟ੍ਰਿਕਟ ਨੇ। ਉੱਥੇ ਜੇਕਰ ਕਿਸੇ ਨੇ 3 ਮਹੀਨੇ ਪਹਿਲਾਂ ਵੀ ਸੈਕਸ ਪ੍ਰੈਕਟਿਸ ਕੀਤੀ ਹੋਵੇ, ਆਹ ਸਾਰੇ ਜਿਹੜੇ ਮੈਂ ਬੰਦੇ ਗਿਣਾਏ ਇਹਨਾਂ ਤੋਂ ਇਲਾਵਾ, ਜੇਕਰ ਕਿਸੇ ਨੇ 3 ਮਹੀਨੇ ਪਹਿਲਾਂ ਕਪਲ ਨੇ ਸੈਕਸ ਪ੍ਰੈਕਟਿਸ ਕੀਤੀ ਹੈ, ਉਹ ਵੀ ਬਲੱਡ ਨਹੀਂ ਦੇ ਸਕਦਾ। ਅੱਛਾ, ਠੀਕ ਹੈ ਜੀ, ਕੈਨੇਡਾ ਦੇ ਵਿੱਚ ਇਹ ਰੂਲਸ ਨੇ। ਸੋ ਮਤਲਬ ਕਿ ਨਾਰਮਲ ਇਨਸਾਨ ਜਿਹੜਾ ਮਤਲਬ ਜਿਸਨੇ ਸੈਕਸ ਪ੍ਰੈਕਟਿਸ ਕੀਤੀ ਹੋਵੇ ਔਰ ਉਸ ਤੋਂ 3 ਮਹੀਨੇ ਬਾਅਦ ਵੀ ਨਹੀਂ ਉਹ ਬਲੱਡ ਦੇ ਸਕਦਾ। ਕੈਨੇਡਾ ਦੇ ਵਿੱਚ ਥੋੜੇ ਸਟ੍ਰਿਕਟ ਰੂਲਸ ਨੇ। ਸੋ ਇਹੀ ਰੂਲ ਜਿਹੜਾ ਅਮਰੀਕਾ ਦੇ ਵਿੱਚ ਸੀ, ਪਰ ਅਮਰੀਕਾ ਦੇ ਵਿੱਚ 1 ਸਾਲ ਦਾ ਪ੍ਰੋਵੀਜ਼ਨ ਸੀ। ਸਰ ਮਤਲਬ ਸੌਰੀ ਮੈਂ ਡਿਸਟਰਬ ਕਰ ਰਹੀ ਹਾਂ, ਮਤਲਬ LGBTQ ਦੇ ਮੈਂਬਰ ਹੀ ਜਾਂ ਫਿਰ ਕਿਸੇ ਹੋਰ ਨਾਰਮਲ ਪੀਪਲ ਵੀ। ਸੋ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਤਾਂ ਅਮਰੀਕਾ ਦੇ ਵਿੱਚ ਇਹ ਪ੍ਰੋਵੀਜ਼ਨ 1 ਸਾਲ ਦਾ ਸੀ। ਜੇਕਰ ਕਿਸੇ ਬੰਦੇ ਨੇ 1 ਸਾਲ ਪਹਿਲਾਂ ਸੈਕਸ ਪ੍ਰੈਕਟਿਸ ਕੀਤੀ ਹੈ ਤਾਂ 1 ਸਾਲ ਤੱਕ ਬਲੱਡ ਨਹੀਂ ਡੋਨੇਟ ਕਰ ਸਕਦਾ। ਠੀਕ ਹੈ, ਬਟ ਜਦੋਂ ਕਹਿੰਦੇ ਆ ਨਾ ਕਿ ਉਹ ਚੀਜ਼ ਪੈਂਦੀ ਆ ਬੰਦੇ ਦੇ ਉੱਤੇ ਤੇ ਬੰਦੇ ਨੂੰ ਅਕਲ ਆ ਜਾਂਦੀ ਹੈ। ਸੋ ਜਦੋਂ 2020 ਦੇ ਵਿੱਚ ਅਮਰੀਕਾ ਦਾ ਕੀ ਹਾਲ ਹੋਇਆ ਸੀ ਸਾਨੂੰ ਪਤਾ, ਕੋਵਿਡ ਦੇ ਵਿੱਚ। ਸੋ ਕੋਵਿਡ ਦੇ ਵਿੱਚ ਬਲੱਡ ਦਾ ਇੰਨਾ ਘਾਟ ਆ ਗਈ ਸੀ ਅਮਰੀਕਾ ਦੇ ਵਿੱਚ, ਸੋ ਅਮਰੀਕਾ ਨੇ ਇਹ ਗਾਈਡਲਾਈਨਸ ਤੋੜਨੀਆਂ ਪਈਆਂ ਸੀ। ਸੋ ਅਮਰੀਕਾ ਦੇ ਵਿੱਚ LGBT ਕਮਿਊਨਿਟੀ ਨੂੰ ਅਲਾਉਡ ਕਰ ਦਿੱਤਾ ਗਿਆ ਸੀ। ਜਿਹੜਾ 1 ਸਾਲ ਦਾ ਪ੍ਰੋਵੀਜ਼ਨ ਸੀਗਾ ਕਿ ਜਿਹਨੇ 1 ਸਾਲ ਪਹਿਲਾਂ ਸੈਕਸ ਪ੍ਰੈਕਟਿਸ ਕੀਤੀ ਉਹ ਬਲੱਡ ਨਹੀਂ ਦੇ ਸਕਦਾ, ਉਹ LGBT ਹੋਵੇ ਚਾਹੇ ਨਾਰਮਲ ਕਪਲ ਹੋਵੇ, ਉਹ ਚੇਂਜ ਕਰਕੇ ਉਹਨਾਂ ਨੇ ਕਰਤਾ 3 ਮਹੀਨੇ ਦਾ। ਸੇਮ ਪਹਿਲਾਂ ਕੈਨੇਡਾ 'ਚ ਵੀ 1 ਸਾਲ ਦਾ ਸੀ, ਪਰ ਇਹਨਾਂ ਨੇ ਵੀ ਘਟਾ ਕੇ 3 ਮਹੀਨੇ ਕਰਤਾ ਕਿ ਮਤਲਬ ਠੀਕ ਹੈ ਕਿ ਜਿਹੜੇ ਹੁੰਦੇ ਨੇ ਅੰਦਰ ਸੈਂਟੀਮੈਂਟਸ, ਜੇ ਕੋਈ ਮਤਲਬ ਸਪੋਜ਼ ਜੇਕਰ ਕੋਈ HIV ਪੋਜ਼ਿਟਿਵ ਹੈ ਜਾਂ ਕੁਛ ਵੀ ਹੈ, ਜੇਕਰ ਉਹਨੇ ਕੋਈ ਸੰਬੰਧ ਬਣਾਏ ਨੇ, ਸੋ 3 ਮਹੀਨੇ ਦੇ ਵਿੱਚ ਉਹ ਕਨਫਰਮ ਹੋ ਜਾਂਦਾ ਕਿ ਉਹਨੂੰ ਕੋਈ ਇਨਫੈਕਸ਼ਨ ਹੋ ਰਹੀ ਹੈ ਜਾਂ ਉਹ ਕਿਸੇ ਬਿਮਾਰੀ ਦੇ ਵਿੱਚ ਤਾਂ ਨਹੀਂ ਜਾ ਰਿਹਾ। ਸੋ ਇਸ ਕਰਕੇ ਉਹਨੂੰ 3 ਮਹੀਨੇ ਦਾ ਪ੍ਰੋਵੀਜ਼ਨ ਬਣਾਤਾ, ਸਾਲ ਦਾ ਖਤਮ ਕਰਤਾ। ਸੋ ਅਮਰੀਕਾ ਦੇ ਵਿੱਚ ਹੁਣ ਜਿਹੜਾ ਆ ਉੱਥੇ LGBT ਕਮਿਊਨਿਟੀ ਦਾ ਬਲੱਡ ਲੈ ਲੈਂਦੇ ਆ ਜੇਕਰ ਉਹ ਸਰਕਾਰ ਦੀਆਂ ਗਾਈਡਲਾਈਨਸ ਦੇ ਉੱਤੇ ਖਰੇ ਉਤਰਨ। ਜੀ, ਕੀ ਵਿਵੇਕ ਜੀ ਅਜਿਹਾ ਹੋਵੇਗਾ ਕਿ ਭਾਰਤ ਦੇ ਵਿੱਚ ਵੀ ਅਜਿਹਾ ਕੋਈ ਰੂਲ ਆਵੇਗਾ ਜਾਂ ਫਿਰ ਮਤਲਬ ਕਿ ਅਸੀਂ ਵੀ ਖੁੱਲ ਕੇ ਏਦਾਂ LGBT ਕਮਿਊਨਿਟੀ ਦੇ ਸਕਣਗੇ ਇਹ ਬਲੱਡ ਡੋਨੇਸ਼ਨ? ਮੈਂ ਉਹੀ ਕਹਿਣਾ ਕਿ ਥੋੜਾ ਜਿਹਾ ਮਤਲਬ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜਿਹੜੇ ਮਿੱਥ, ਹੁਣ ਜੇਕਰ ਮੈਂ ਮਿੱਥਾਂ ਦੀ ਗੱਲ ਕਰਾਂ ਤਾਂ ਭਾਰਤ ਦੇ ਵਿੱਚ ਇੱਕ ਚੀਜ਼ ਚੱਲਦੀ ਹੁੰਦੀ ਸੀ, ਸਤੀ ਪ੍ਰਥਾ। ਜੀ, ਠੀਕ ਹੈ, ਹਸਬੈਂਡ ਮਰ ਗਿਆ ਤਾਂ ਵਾਈਫ ਨੇ ਸੋਸਾਇਟੀ ਦੇ ਵਿੱਚ ਕਿਵੇਂ ਜਿਨਾ ਉਹਦੀ ਲਾਸ਼ ਦੇ ਉੱਤੇ ਪਾ ਕੇ ਅੱਗ ਲਾ ਦੋ। ਠੀਕ ਹੈ, ਸਤੀ ਪ੍ਰਥਾ ਉਹ ਵੀ ਤੋੜੀ ਹੈ। ਬਿਲਕੁਲ।
ਉੱਚ ਜਾਤ ਨੀਚ ਜਾਤ ਥੋੜੀ ਬਾਲ ਵਿਵਾਹ ਹੋ ਗਿਆ ਹਾਂ ਕੁਛ ਵੀ। ਅਸੀਂ ਪਿੰਡਾਂ ਦੇ ਵਿੱਚੋਂ ਆਉਂਦੇ ਹਾਂ, ਅਸੀਂ ਦੇਖਿਆ ਹੁੰਦਾ ਕਿ ਮਤਲਬ ਤੁਹਾਡਾ ਪਤਾ ਨਹੀਂ ਕਿ ਤੁਸੀਂ ਦੇਖਿਆ ਕਿ ਨਹੀਂ ਦੇਖਿਆ, ਕੋਈ ਤੁਸੀਂ ਬਹੁਤ ਛੋਟੇ ਹੋ। ਸੋ ਮੈਂ ਆਪਣੇ ਘਰਾਂ ਦੇ ਵਿੱਚ ਉਹ ਸਿਸਟਮ ਦੇਖਿਆ ਕਿ ਸਾਡੇ ਘਰੋਂ ਜਦੋਂ ਸੀਰੀ ਆਉਂਦੇ ਹੁੰਦੇ ਸੀਗੇ, ਮੈਨੂੰ ਸੀਰੀ ਪਤਾ ਹੈ, ਤੁਸੀਂ ਹਾਂ explain ਸੀਰੀ ਮਤਲਬ ਕਰੋ। ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ, ਅੱਛਾ ਸੀਰੀ ਆਉਂਦੇ ਹੁੰਦੇ ਸੀਗੇ ਤਾਂ ਜਿਹੜਾ ਘਰ ਦਾ ਮਾਲਕ ਹੈ ਉਹ ਮੰਜੇ ਤੇ ਬੈਠ ਕੇ ਖਾਂਦਾ ਹੁੰਦਾ ਸੀ, ਸੀਰੀ ਥੱਲੇ ਬੈਠ ਕੇ ਖਾਂਦਾ ਹੁੰਦਾ ਸੀ। ਸੋ ਸੀਰੀ ਦੇ ਲਈ ਜਿਹੜੇ ਭਾਂਡੇ, ਗਲਾਸ, ਪਾਣੀ, ਕੌਲੀਆਂ, ਥਾਲੀਆਂ, ਚਮਚ ਉਹ ਸਭ ਅਲੱਗ ਹੁੰਦੇ ਸੀਗੇ। ਜੀ ਉਹਨਾਂ ਦੇ ਭਾਂਡੇ ਘਰ ਦੇ ਭਾਂਡਿਆਂ 'ਚ ਨਹੀਂ ਰੱਖੇ ਜਾਂਦੇ ਸੀ। ਜੀ ਅੱਜ ਦੇ ਟਾਈਮ 'ਚ ਦੇਖੋ ਤਾਂ ਅੱਜ ਦੇ ਟਾਈਮ 'ਚ ਸੀਰੀ ਜਿਹੜਾ ਹੈ ਜ਼ਮੀਂਦਾਰ ਦੇ ਨਾਲ ਬੈਠ ਕੇ ਖਾਣਾ ਖਾਂਦਾ, ਉਹ ਵੀ ਉਹ ਇੱਕ ਠੋਕ ਕੇ। ਇੱਕ ਠੋਕ ਕੇ ਤੇ ਉਹ ਸੇਮ ਭਾਂਡਿਆਂ 'ਚ ਵੀ ਖਾ ਲੈਂਦੇ ਨੇ। ਜੀ ਇਹ ਸੁਸਾਇਟੀ ਬਦਲੀ ਹੈ, ਜੀ ਠੀਕ ਹੈ, ਆਪਾਂ ਮਿੱਥ ਚੇਂਜ ਕੀਤੇ ਨੇ। ਜੀ। ਸੋ ਤੁਹਾਨੂੰ ਇੱਕ ਕਮਿਊਨਿਟੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਇਹ ਕਰਦੀ ਹੈ, ਗਾਈਡਲਾਈਨਸ ਦਿਓ, ਗਾਈਡਲਾਈਨਸ ਦੇ ਉੱਤੇ ਪ੍ਰੋਵੀਜ਼ਨ ਕਰੋ। ਸੋ ਉਸ ਦੇ ਉੱਤੇ ਪ੍ਰੋਵੀਜ਼ਨ ਬਣਾਓ, ਕਿਉਂਕਿ ਹੁਣ ਜੇਕਰ ਆਪਾਂ ਨਾਰਮਲ ਬੰਦਿਆਂ ਦੀ ਵੀ ਗੱਲ ਕਰੀਏ, ਸੋ ਨਾਰਮਲ ਬੰਦੇ ਵੀ ਜਾ ਕੇ ਖੂਨ ਦੇ ਸਕਦੇ ਨੇ, ਪਰ ਜਿਹੜਾ ਬੰਦਾ ਜ਼ਿਆਦਾ ਸਮੋਕਿੰਗ ਕਰਦਾ ਹੈ ਉਹ ਨਹੀਂ ਦੇ ਸਕਦਾ। ਉਹਦਾ ਬਲੱਡ ਕਾਲਾ ਹੋ ਜਾਂਦਾ ਥੋੜਾ ਜਿਹਾ, ਉਹ ਬੰਦਾ ਬਲੱਡ ਡੋਨੇਟ ਨਹੀਂ ਕਰ ਸਕਦਾ ਕਿਉਂਕਿ ਉਹ ਗਾਈਡਲਾਈਨਸ ਦੇ ਉੱਤੇ ਖੜਾ ਨਹੀਂ ਹੋ ਸਕਦਾ। ਬੇਸ਼ੱਕ ਉਹਨੂੰ ਕੋਈ ਬਿਮਾਰੀ ਨਾ ਹੋਵੇ, ਜੀ। ਬਟ ਉਹਦਾ ਬਲੱਡ ਥੋੜਾ ਜਿਹਾ ਕਾਲਾ ਹੋ ਗਿਆ, ਨਹੀਂ ਲੈਂਦੇ ਉਹਦਾ ਬਲੱਡ। ਸੋ ਇਸੇ ਤਰੀਕੇ ਨਾਲ ਤੁਸੀਂ ਟੈਸਟ ਲਗਵਾ ਦਿਓ ਕਿ ਬਲੱਡ ਦੇਣ ਤੋਂ ਪਹਿਲਾਂ ਤੁਹਾਨੂੰ ਟੈਸਟ ਕਰਾਉਣਾ ਪੈਣਾ। ਜੇਕਰ ਤੁਹਾਡਾ ਟੈਸਟ ਕਲੀਅਰ ਹੋ ਗਿਆ, ਤੁਸੀਂ ਆ ਕੇ ਬਲੱਡ ਦੇ ਦਿਓ, ਨਹੀਂ ਤਾਂ ਨਾ ਦਿਓ। ਠੀਕ ਹੈ, ਦੈਟਸ ਇਟ। ਸ਼ੁਕਰੀਆ ਵਿਵੇਕ ਜੀ ਸਾਡੇ ਦਰਸ਼ਕਾਂ ਨੂੰ ਇੰਨੀ ਵਧੀਆ ਜਾਣਕਾਰੀ ਦੇਣ ਦੇ ਜੀ ਲਈ। ਧੰਨਵਾਦ ਜੀ। ਧੰਨਵਾਦ ਗਰਿਮਾ। ਪਰ ਮੈਨੂੰ ਲੱਗਦਾ ਕਿ ਕੁਝ ਅਜਿਹੇ ਟੌਪਿਕਸ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਆ ਨਾ ਤਾਂ ਕੋਈ ਮੀਡੀਆ ਚਰਚਾ ਕਰਕੇ ਖੁਸ਼ ਹੈ ਤੇ ਨਾ ਹੀ ਲੋਕ ਜਿਹੜੇ ਨੇ ਇਹ ਚੀਜ਼ਾਂ ਕਰਕੇ ਖੁਸ਼ ਨੇ, ਨਾ ਹੀ ਲੋਕ ਇਹਨਾਂ ਚੀਜ਼ਾਂ ਦੀ। ਮੈਨੂੰ ਲੱਗਦਾ ਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਪਤਾ ਵੀ ਨਹੀਂ ਹੋਏਗਾ ਕਿ ਐਲਜੀਬੀਟੀ ਕਮਿਊਨਿਟੀ ਜਿਹੜੀ ਆ ਉਹ ਬਲੱਡ ਨਹੀਂ ਦੇ ਸਕਦੀ। ਪਰ ਇੱਥੇ ਅਸੀਂ ਫੋਕਸ ਸਿਰਫ ਐਲਜੀਬੀਟੀ ਕਮਿਊਨਿਟੀ ਨਹੀਂ ਕੀਤੀ, ਇਸ ਤੋਂ ਇਲਾਵਾ ਹੋਰ ਜਿਹੜੇ ਚੀਜ਼ਾਂ ਨੇ ਇੱਥੇ ਕਈਆਂ ਨੂੰ ਇਹ ਵੀ ਨਹੀਂ ਪਤਾ ਹੋਏਗਾ ਕਿ 6 ਮਹੀਨੇ ਪਹਿਲਾਂ ਜਿਹੜੇ ਟੈਟੂ ਬਣਿਆ ਉਹ ਵੀ ਨਹੀਂ ਬਲੱਡ ਦੇ ਸਕਦਾ, ਠੀਕ ਹੈ। 1 ਸਾਲ ਪਹਿਲਾਂ ਜਿਹਨੂੰ ਕਿਸੇ ਕੁੱਤੇ ਨੇ ਵੱਢਿਆ ਹੋਵੇ ਉਹ ਵੀ ਨਹੀਂ ਦੇ ਸਕਦਾ, ਕਿਉਂਕਿ ਕਈ ਵਾਰ ਸਰਕਾਰੀ ਤੰਤਰ ਵੀ ਇਸ ਤਰੀਕੇ ਨਾਲ ਚੱਲਦਾ ਕਿ ਅੱਖਾਂ ਆ ਕਰਕੇ ਦੇਖ ਲਈਆਂ, ਠੀਕ ਹੈ, ਹਾਂ ਜੀਵ ਟੈਸਟ ਕਰ ਲਿਆ, ਹੱਥ ਫੜ ਕੇ ਦੇਖ ਲਿਆ, ਵੇਟ ਕਰ ਲਿਆ ਕਿ ਠੀਕ ਹੈ ਤੁਸੀਂ ਆ ਜਾਓ ਦੇ ਦਿਓ ਬਲੱਡ, ਠੀਕ ਹੈ। ਉਹ ਬਾਅਦ ਚ ਆਪਾਂ ਦੇਖ ਲਾਂਗੇ ਫਿਲਟਰ ਕਰਕੇ ਕਿ ਹੋਏਗਾ ਕਿ ਨਹੀਂ ਹੋਏਗਾ। ਸੋ ਇਦਾਂ ਦੇ ਮੁੱਦਿਆਂ ਦੇ ਉੱਤੇ ਮੈਨੂੰ ਲੱਗਦਾ ਕਿ ਚਰਚਾਵਾਂ ਹੋਣੀਆਂ ਚਾਹੀਦੀਆਂ। ਇਹ ਕੋਈ ਸਾਡੀ ਪਹਿਲੀ ਚਰਚਾ ਨਹੀਂ ਹੈਗੀ ਸਕਾਈ ਨਿਊਜ਼ ਪੰਜਾਬ ਦੇ ਉੱਤੇ। ਅਜਿਹੇ ਮੁੱਦਿਆਂ ਦੇ ਉੱਤੇ ਆਪਾਂ ਅੱਗੇ ਵੀ ਚਰਚਾਵਾਂ ਕਰਦੇ ਰਹਾਂਗੇ। ਇੱਕ ਨਵਾਂ ਉਪਰਾਲਾ ਸ਼ੁਰੂ ਕਰਾਂਗੇ, ਇੱਕ ਨਵੀਂ ਚੀਜ਼ ਸ਼ੁਰੂ ਕਰਾਂਗੇ ਕਿ ਤੁਹਾਨੂੰ ਉਹ ਸਾਰੇ ਟੌਪਿਕਸ ਦੇ ਉੱਤੇ ਵੀ ਜਿਹੜਾ ਜਾਣਕਾਰੀ ਮਿਲੇ ਜਿਸ ਦੇ ਉੱਤੇ ਕਈ ਚਰਚਾਵਾਂ ਨਹੀਂ ਹੁੰਦੀਆਂ, ਕਿ ਅਜਿਹੇ ਵੱਖਰੇ ਟੌਪਿਕਸ ਜੋ ਸ਼ਾਇਦ ਲੋਕ ਜੋ ਸੋਚਦੇ ਹੋਣਗੇ ਕਿ ਅਜਿਹਾ ਕਦੀ ਹੋ ਵੀ ਸਕਦਾ ਹੈ ਜਾਂ ਫਿਰ ਮਤਲਬ ਕਿ ਐਕਚੁਅਲ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ, ਬਟ ਅਸੀਂ ਸਾਡੀ ਸੋਚ ਸਿਰਫ ਉਨੀ ਕੀ ਰਹਿ ਜਾਂਦੀ ਹੈ ਕਿ ਬਸ ਬਾਕਸ ਦੇ ਅੰਦਰ ਹੀ ਬੰਦ ਹੋ ਕੇ ਕਿ ਅਸੀਂ ਉਸ ਤੋਂ ਅੱਗੇ ਵਧਣਾ ਹੀ ਨਹੀਂ ਹੈ। ਹਾਂ, ਇਸ ਲਈ ਵਿਵੇਕ ਦੂਸਰੀ ਵਾਰ ਵੀ ਮੈਂ ਕਹਿੰਦੀ ਹਾਂ ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਗਰਿਮਾ। ਸਾਡੇ ਦਰਸ਼ਕਾਂ ਨੂੰ ਇੱਕ ਵਧੀਆ ਟੌਪਿਕ ਐਲਜੀਬੀਟੀ ਕਮਿਊਨਿਟੀ ਤੇ ਅਸੀਂ ਚਰਚਾ ਕੀਤੀ ਹੈ। ਤੇ ਪਿਆਰੇ ਦਰਸ਼ਕੋ, ਤੁਸੀਂ ਵੀ ਅੱਜ ਵੱਖਰੀ ਚੀਜ਼ ਜ਼ਰੂਰ ਜਾਣੀ ਹੋਵੇਗੀ ਕਿ ਐਲਜੀਬੀਟੀ ਕਮਿਊਨਿਟੀ ਕਿਉਂ ਬਲੱਡ ਡੋਨੇਟ ਨਹੀਂ ਕਰ ਸਕਦੀ। ਵੈਸੇ ਤਾਂ ਅਸੀਂ ਅੱਜ ਕੱਲ੍ਹ ਨੈਟਫਲਿਕਸ ਵਗੈਰਾ ਦੇਖਦੇ ਹਾਂ ਜਿਸ ਦੇ ਵਿੱਚ ਜ਼ਿਆਦਾਤਰ ਨੈਟਫਲਿਕਸ ਜਾਂ ਫਿਰ OTT ਪਲੇਟਫਾਰਮ ਜੋ ਹੈ ਐਲਜੀਬੀਟੀ ਕਮਿਊਨਿਟੀ ਨੂੰ ਮਤਲਬ ਕਿ ਸਪੋਰਟ ਕਰ ਰਹੀ ਹੈ। ਪਰ ਅੱਜ ਇੱਕ ਵੱਖਰਾ ਟੌਪਿਕ ਜਿਸ ਦੇ ਵਿੱਚ ਅਸੀਂ ਇਹ ਚਰਚਾ ਕੀਤੀ ਕਿ ਐਲਜੀਬੀਟੀ ਕਮਿਊਨਿਟੀ ਜੋ ਹੈ ਉਹ ਬਲੱਡ ਡੋਨੇਟ ਕਿਉਂ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਅਜਿਹੇ ਵੱਖਰੇ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਰਹੋ। ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।